हेलो माय डियर स्टूडेंट्स ऑफ 8th क्लास बेटा जी NMMS सैट प्रैपरेशन च अज जिहड़ा टॉपिक मैं लिया है धातां ते अधातां मैटल्स एंड नॉन मैटल्स वेरी इंपॉर्टेंट टॉपिक और एज यूजुअल आपां इहदे सब तो पहले इंपॉर्टेंट पॉइंट्स डिस्कस कर लिए बेटा जी। चैप्टर तुसीं अपनी बुक चो थॉरो स्टडी भी कर सकते हो पर मैं जस्ट एक इंपॉर्टेंट पॉइंट ही दसांगी। जिहड़ियां धातां है वो आवर्ती सारणी दे जिहड़े है खब्बे पासे हुंदियां हन यानी कि मैटल्स ਜਿਹੜੇ ਹੈ ਉਹ ਤੁਹਾਡੇ ਲੈਫਟ ਸਾਈਡ ਤੇ ਹੁੰਦੇ ਹਨ यानी ਖੱਬੇ ਪਾਸੇ ਹੁੰਦੇ ਹਨ ਜਦ ਕਿ ਅਧਾਤਾਂ ਜਿਹੜੀਆਂ ਹੈ ਉਹ ਸਾਰਨੀ ਦੇ ਤੁਹਾਡੇ ਸੱਜੇ ਪਾਸੇ ਹੁੰਦੇ ਹਨ। ਬੇਟਾ ਜੀ ਕਾਫੀ ਡਿਫਰੈਂਸ ਹੈ ਦੋਨਾਂ ਦੀਆਂ ਜਿਹੜੀਆਂ ਫਿਜ਼ੀਕਲ ਪ੍ਰੋਪਰਟੀਜ਼ ਦੇ ਵਿੱਚ ਤੇ ਔਰ ਇੱਕ ਗੱਲ ਮੈਂ ਇੱਥੇ ਹੋਰ ਦੱਸਣਾ ਚਾਹਨੀ ਆ ਆਪਾਂ ਯੂਜੂਲੀ ਧਾਤਾਂ ਤੇ ਅਧਾਤਾਂ ਦੀ ਗੱਲ ਕਰਦੇ ਹਾਂ ਬਟ देयर आर ਉਪ ਧਾਤਾਂ ਆਲਸੋ। ਉਪ ਧਾਤਾਂ ਕੀ ਹੁੰਦੀਆਂ ਜੀ? ਉਪ ਧਾਤਾਂ ਉਹ ਹੁੰਦੀਆਂ ਹਨ ਜਿਨ੍ਹਾਂ 'ਚ ਅਜਿਹੀਆਂ ਧਾਤਾਂ ਜਿਨ੍ਹਾਂ ਵਿੱਚ ਗੁਣ ਧਾਤਾਂ ਤੇ ਅਧਾਤਾਂ ਨਾਲ ਮਿਲਦੇ ਹੋਣ ਮਤਲਬ ਜਿਨ੍ਹਾਂ ਦੇ ਗੁਣ ਬੋਥ ਧਾਤਾਂ ਤੇ ਅਧਾਤਾਂ ਨਾਲ ਮਿਲਦੇ ਹਨ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਉਹਨਾਂ ਨੂੰ ਆਪਾਂ ਉਪ ਧਾਤਾਂ ਕਹਿੰਦੇ ਆ। ਠੀਕ ਹੈ ਜੀ। ਧਾਤਾਂ ਜਿਹੜੀਆਂ ਹੁੰਦੀਆਂ ਹਨ ਸਭ ਤੋਂ ਪਹਿਲੇ ਉਹ ਬਿਜਲੀ ਦੀਆਂ ਸੁਚਾਲਕ ਹੁੰਦੀਆਂ ਨੇ। ਸਭ ਤੋਂ ਵੱਡਾ ਪੁਆਇੰਟ ਜਿਹੜਾ ਹੈ ਕਿ ਧਾਤਾਂ ਬਿਜਲੀ ਦੀਆਂ ਸੁਚਾਲਕ ਹੁੰਦੀਆਂ ਜਦ ਕਿ ਅਧਾਤਾਂ ਬਿਜਲੀ ਦੀਆਂ ਕੁਚਾਲਕ ਹੁੰਦੀਆਂ ਹਨ। बेटा जी पिछला चैप्टर मैं लिया सी कार्बन का ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਗ੍ਰੇਫਾਈਟ ਹੈ ਉਹ ਬਿਜਲੀ ਦਾ ਕੀ ਹੈ ਜਿਹੜਾ ਗ੍ਰੇਫਾਈਟ ਹੈ ਉਹ ਬਿਜਲੀ ਦਾ ਚਾਲਕ ਹੈ ਹਨਾ। ਔਰ ਗ੍ਰੇਫਾਈਟ ਕਿੱਥੋਂ ਬਣਿਆ? ਕਾਰਬਨ ਤੋਂ। ਤੇ ਇਹਦਾ ਮਤਲਬ ਗ੍ਰੇਫਾਈਟ ਐਕਸੈਪਸ਼ਨ ਹੋ ਗਈ ਔਰ ਪੇਪਰ 'ਚ ਤੁਹਾਨੂੰ ਐਕਸੈਪਸ਼ਨਸ ਹੀ ਪੁੱਛਣੀਆਂ ਠੀਕ ਹੈ। ਜਿੱਦਾਂ ਕਿ ਧਾਤਾਂ ਨੇਚਰ 'ਚ ਠੋਸ ਹੁੰਦੀਆਂ ਹਨ ਪਰ ਮਰਕਰੀ ਇਹੋ ਜੀ ਧਾਤ ਹੈ। ਮਰਕਰੀ ਦਾ ਸਿੰਬਲ ਹੁੰਦਾ Hg ਜਿਹਨੂੰ ਆਪਾਂ ਮਰਕਰੀ ਵੀ ਕਹਿੰਦੇ ਆ। ਮਰਕਰੀ ਇਹੋ ਜੀ ਧਾਤ ਹੈ ਜਿਹੜੀ ਕੀ ਹੈ ਜਿਹੜੀ तरल है ਜਿਹੜੀ ਕੀ ਹੈ ਤਰਲ ਹੈ ਕਿਉਂਕਿ ਮਰਕਰੀ ਕਿੱਥੇ ਪਾਈ ਜਾਂਦੀ ਆਪਾਂ ਦੇਖਦੇ ਆ ਆਮ ਡਾਕਟਰੀ ਥਰਮੋਮੀਟਰ 'ਚ ਆਪਾਂ ਕੀ ਹੈ ਮਰਕਰੀ ਜਿਹੜੀ ਅੱਗੇ ਸਿਲਵਰੀ ਕਲਰ ਦੀ ਹੁੰਦੀ ਹੈ ਉਹ ਮਰਕਰੀ ਹੁੰਦੀ ਹੈ। ਠੀਕ ਹੈ। ਕੁਝ ਧਾਤਾਂ ਆਕਸਾਈਡ ਰੂਪ ਵਿੱਚ ਮਿਲਦੀਆਂ ਹੈ ਠੀਕ ਹੈ ਜੀ। ਕੁਝ ਸਲਫਾਈਡ ਰੂਪ 'ਚ ਮਿਲਦੀਆਂ ਨੇ ਇਹਨਾਂ ਦਾ ਫਿਰ ਆਪਾਂ ਜੀ ਇਹਨਾਂ ਨੂੰ ਵੱਖਰੇ ਕਰਦੇ ਆ। ਠੀਕ ਹੈ ਜੀ। ਹੁਣ ਆਪਾਂ ਅੱਗੇ ਗੱਲ ਕਰਦੇ ਆ ਕਿ ਜੇ ਧਾਤਾਂ ਮਤਲਬ ਪਾਣੀ ਦੇ ਨਾਲ ਕਿਰਿਆ ਕਰਦੀਆਂ ਹਨ ਤਾਂ ਉਹ ਹਾਈਡਰੋਜਨ ਗੈਸ ਜੇ ਆਪਾਂ ਕਹਿੰਦੇ ਧਾਤਾਂ ਸੌਰੀ ਤੇਜ਼ਾਬਾਂ ਨਾਲ ਕਿਰਿਆ ਕਰਦੀਆਂ ਹਨ ਜਦੋਂ ਤੇ ਉਹ ਹਾਈਡਰੋਜਨ ਗੈਸ ਜਿਹੜੀ ਹੈ ਉਹ ਬਣਾਉਂਦੀਆਂ ਨੇ ਹਾਈਡਰੋਜਨ ਗੈਸ ਲਿਬਰੇਟ ਕਰਦੀਆਂ ਹੈ। ਵੀ ਇੰਪੋਰਟੈਂਟ ਕੁਐਸਚਨ ਹੈ ਕਿ ਧਾਤਾਂ ਤੇਜ਼ਾਬਾਂ ਨਾਲ ਕਿਰਿਆ ਕਰਕੇ ਕਿਹੜੀ ਗੈਸ ਜਿਹੜੀ ਹੈ ਉਹ ਲਿਬਰੇਟ ਕਰਦੀਆਂ ਨੇ। ਬੇਟਾ ਜੀ ਐਕਸੈਪਸ਼ਨਸ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ ਕਿ ਇਸ ਚੈਪਟਰ 'ਚੋਂ ਪੁੱਛੀਆਂ ਜਾਣਗੀਆਂ ਠੀਕ ਹੈ ਜੀ। ਜਿੱਦਾਂ ਕਿ ਗੋਲਡ ਸਿਲਵਰ ਪਲੈਟੀਨਮ ਜਿਹੜੀਆਂ ਹੁੰਦੀਆਂ ਉਹ ਅਕਿਰਿਆਸ਼ੀਲ ਧਾਤਾਂ ਹਨ। ਨੋਬਲ ਗੈਸਿਸ ਆਪਾਂ ਇਹਨਾਂ ਨੂੰ ਬੇਸਿਕਲੀ ਨੋਬਲ ਧਾਤਾਂ ਕਹਿ ਦਿੰਦੇ ਆ। ਗੋਲਡ ਸਿਲਵਰ ਤੇ ਪਲੈਟੀਨਮ ਹਨਾ ਇਹ ਸਾਰੀਆਂ ਕੀ ਹੈ ਨੋਬਲ ਧਾਤਾਂ ਠੀਕ ਹੈ। ਅਕਿਰਿਆਸ਼ੀਲ ਹੁੰਦੀਆਂ ਜ਼ਿਆਦਾ ਰਿਐਕਟ ਨਹੀਂ ਕਰਦੀਆਂ ਦੈਟਸ ਵਾਈ ਵੀ ਕਾਲ them this। ਅੱਗੇ ਗੱਲ ਕਰਾਂਗੇ ਬੇਟਾ ਜੀ ਸ਼ੁੱਧ ਸੋਨੇ ਦੀ। ਤੁਹਾਨੂੰ ਇਹ ਪਤਾ ਹੈ ਕਿ ਜਿਹੜਾ ਸ਼ੁੱਧ ਸੋਨਾ ਹੈ ਉਹ ਕਿੰਨੇ ਕੈਰਟ ਦਾ ਹੁੰਦਾ ਹੈ ਜੀ? ਉਹ ਕਿੰਨੇ ਗੋਲਡ ਸ਼ੁੱਧ ਗੋਲਡ ਜਿਹੜਾ ਹੈ ਉਹ ਕਿੰਨੇ ਕੈਰਟ ਦਾ ਹੁੰਦਾ ਜੀ? ਬੇਟਾ ਜੀ 24 ਕੈਰਟ ਦਾ ਹੁੰਦਾ ਹੈ। ਔਰ ਯੂਜੂਲੀ ਇਹ ਬਹੁਤ ਜ਼ਿਆਦਾ ਮਤਲਬ ਕਹਿ ਲਓ ਕਿ ਇਹਦੇ 'ਚ ਮਿਸ਼ਰਿਤ ਧਾਤ ਕਰਕੇ ਅਸੀਂ ਜਿਹੜਾ ਹੈ ਇਸ ਦੇ ਵਿੱਚ ਵੱਖਰੇ ਵੱਖਰੇ ਕੀ ਬਣਾਉਂਦੇ ਆ ਜੀ ਗਹਿਣੇ ਬਣਾਉਂਦੇ ਆ। ਤੇ ਜਿਹੜੇ ਸ਼ੁੱਧ ਗਹਿਣੇ ਹੁੰਦੇ ਬੇਸਿਕਲੀ ਉਹ ਜਿਹੜੇ ਹੈ ਉਹ 24 ਕੈਰਟ ਦੇ ਨਹੀਂ ਬਣਦੇ। ਤਾਂ ਇਹ ਬਹੁਤ ਇੰਪੋਰਟੈਂਟ ਚੀਜ਼ਾਂ ਹੈ ਜਿਹੜੀਆਂ ਕਿ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਹੈ ਜਿਹੜੀਆਂ ਤੁਹਾਨੂੰ ਆਉਣੀਆਂ ਚਾਹੀਦੀਆਂ ਧਾਤਾਂ ਅਧਾਤਾਂ ਬਾਰੇ ਔਰ ਇਹਨਾਂ ਦੀਆਂ ਐਕਸੈਪਸ਼ਨਸ ਬਾਰੇ ਇਹਨਾਂ ਕਿਉਂਕਿ ਇਹ ਜਿਹੜੇ ਚੈਪਟਰ ਹੈ ਤੁਹਾਡੀ ਬੁੱਕ ਦੇ ਵਿੱਚ ਉਹ ਬਹੁਤ ਇੰਪੋਰਟੈਂਟ ਹੈ ਔਰ ਤੁਹਾਨੂੰ 7th ਤੇ 8th ਦੋਨਾਂ ਦੇ ਸਿਲੇਬਸ ਆਉਣਾ ਹੈ ਤੇ ਇਸ ਲਈ ਤੁਹਾਨੂੰ ਬਹੁਤ ਜ਼ਿਆਦਾ ਇਹਨਾਂ ਦੀਆਂ ਪ੍ਰੋਪਰਟੀਜ਼ ਬਾਰੇ ਜਿਹੜਾ ਹੈ ਪਤਾ ਹੋਣਾ ਚਾਹੀਦਾ ਹੈ। ਜਿੱਦਾਂ ਕਿ ਹੁਣ ਧਾਤਾਂ ਦੀ ਜਿਹੜੀ ਪ੍ਰੋਪਰਟੀ ਹੁੰਦੀ ਹੈ ਡਕਟਿਲਿਟੀ ਜਿਹਨੂੰ ਆਪਾਂ ਖਚੀਨ ਯੋਗਤਾ ਵੀ ਕਹਿ ਦਿੰਦੇ ਆ ਹਨਾ ਜੀ। ਖਚੀਨ ਯੋਗਤਾ ਵੀ ਕਹਿ ਦਿੰਦੇ ਆ। ਫਿਰ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਪ੍ਰੋਪਰਟੀ ਹੈ ਕਟੀਨ ਯੋਗਤਾ ਜਿਹਨੂੰ ਆਪਾਂ ਕੀ ਕਹਿ ਦਿੰਦੇ ਆ ਮੈਲੇਬਿਲਿਟੀ ਠੀਕ ਹੈ। ਇਹ ਸਾਰੀਆਂ ਕਿਹਦੀਆਂ ਪ੍ਰੋਪਰਟੀਜ਼ ਹੈ? ਇਹ ਸਾਰੀਆਂ ਧਾਤਾਂ ਦੀਆਂ ਪ੍ਰੋਪਰਟੀਜ਼ ਹੈ। ਸੋਨੋਰਸ ਯਾਨੀ ਜਿਹੜੀ ਆਵਾਜ਼ ਕਰਦੇ ਨੇ ਠੀਕ ਹੈ ਜੀ ਉਹ ਵੀ ਬਹੁਤ ਇੰਪੋਰਟੈਂਟ ਹੈ ਕਿ ਧਾਤਾਂ ਦੀ ਪ੍ਰੋਪਰਟੀ ਠੀਕ ਹੈ ਨਾ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤਾਂ ਸਾਨੂੰ ਇਹ ਪਤਾ ਹੈ ਕਿ ਜਿੱਦਾਂ ਜੀ ਧਾਤ ਜਿਹੜੀ ਆਇਰਨ ਧਾਤ ਹੈ ਉਹਨੂੰ ਜੰਗ ਲੱਗ ਜਾਂਦਾ ਹੈ ਉਹ ਵੀ ਬਹੁਤ ਇੰਪੋਰਟੈਂਟ ਟੌਪਿਕ ਹੈ ਇਸ 'ਚ। ਔਰ ਵਿਸਥਾਪਨ ਕਿਰਿਆਵਾਂ ਤੋਂ ਵੀ ਤੁਸੀਂ ਜਾਣੂ ਹੋਣੇ ਚਾਹੀਦੇ ਹੋ ਕਿ ਜਿੱਦਾਂ ਕਾਪਰ ਪਲੱਸ ਫੈਰਸ ਸਲਫੇਟ ਹੈ ਤੇ ਇਹ ਕਿਰਿਆ ਹੋਏਗੀ ਕਿ ਨਹੀਂ ਹੋਏਗੀ ਇਹ ਕਿਰਿਆ ਨਹੀਂ ਹੋਏਗੀ
क्यों? क्योंकि कॉपर आयरन तो जिहड़ा है वो थल्ले है रिएक्टिविटी सीरीज़ 'च ते ਉਹਨੂੰ नहीं डिसप्लेस कर सकदा। उस तो बाद इन्हां दे यूजेस है कि जिद्दां अधात है ਕਿਹੜੀਆਂ मतलब ਪੁੱਛਿਆ ਜਾ ਸਕਦਾ ਕਿ ਅਧਾਤ ਜਾਂ ਧਾਤਾਂ 'ਚੋਂ ਕੌਣ ਐਂਟੀਬਾਇਓਟਿਕ ਪ੍ਰਤੀਜੈਵਿਕ ਦਵਾਈਆਂ 'ਚ ਕਿਹਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਅਧਾਤਾਂ ਦੀ ਬੇਟਾ ਜੀ ਪ੍ਰਤੀਜੈਵਿਕ ਦਵਾਈਆਂ ਵਿੱਚ ਜਿਹੜੀ ਹੈ ਵਰਤੋਂ ਕੀਤੀ ਜਾਂਦੀ ਹੈ। ਬੇਟਾ ਮੇਰੀ ਗੱਲ ਸੁਣੋ, ਜਦੋਂ ਤੁਸੀਂ ਚੈਪਟਰ ਦੀ ਥੋਰੋ ਸਟੱਡੀ ਕਰੋਗੇ ਤਾਂ ਤੁਸੀਂ ਚੈਪਟਰ ਨੂੰ ਬੇਸਿਕਲੀ ਜਿਹੜੀਆਂ ਹੈ ਕੀ ਕਹਿੰਦੇ ਚੈਪਟਰ ਨੂੰ ਬੇਸਿਕਲੀ MCQs ਪੁਆਇੰਟ ਆਫ ਵਿਊ ਨਾਲ ਪੜ੍ਹੋਗੇ ਤਾਂ ਫਿਰ ਹੀ ਤੁਹਾਨੂੰ ਇਸ ਚੈਪਟਰ ਦੇ ਫਾਇਦੇ ਹੋਣਗੇ। ਠੀਕ ਹੈ ਜੀ, ਕਿ ਹਰ ਇੱਕ ਲਾਈਨ MCQ ਦਾ ਰੂਪ ਲੈ ਸਕਦੀ ਹੈ। ਅੱਛਾ ਜੀ, ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਇਹਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ ਕਿ ਕਿਹੜੀਆਂ ਧਾਤਾਂ ਹਨ ਜਿਨ੍ਹਾਂ ਨੂੰ ਮਿੱਟੀ ਦੇ ਤੇਲ ਵਿੱਚ ਰੱਖਿਆ ਜਾਂਦਾ ਹਨ। ਕਿਹੜੀਆਂ ਧਾਤਾਂ ਹਨ ਜਿਨ੍ਹਾਂ ਨੂੰ ਮਿੱਟੀ ਦੇ ਤੇਲ ਵਿੱਚ ਰੱਖਿਆ ਜਾਂਦਾ ਹੈ ਤਾਂ ਬੇਟਾ ਜੀ ਸੋਡੀਅਮ ਤੇ ਪੋਟਾਸ਼ੀਅਮ, ਦੋ ਧਾਤਾਂ ਇਹੋ ਜਿਹੀਆਂ ਹਨ, ਮੈਂ ਉਹਨਾਂ ਦੇ ਸਿੰਬਲ ਲਿਖਤੇ, ਸੋਡੀਅਮ ਅਤੇ ਪੋਟਾਸ਼ੀਅਮ, ਜਿਨ੍ਹਾਂ ਨੂੰ ਕਿਹਦੇ ਵਿੱਚ ਮਿੱਟੀ ਦੇ ਤੇਲ ਵਿੱਚ ਰੱਖਿਆ ਜਾਂਦਾ ਹਨ। ਠੀਕ ਹੈ ਜੀ, ਉਸ ਤੋਂ ਬਾਅਦ ਤੁਹਾਨੂੰ ਪੁੱਛਿਆ ਜਾ ਸਕਦਾ ਐਕਵਾ ਰਿਜੀਆ ਨਾ, ਦੋ ਐਸਿਡਸ ਦਾ ਜਿਹੜਾ ਮਿਕਸਚਰ ਹੁੰਦਾ ਹੈ ਇੰਨਾ ਸਟਰੋਂਗ ਹੁੰਦਾ ਹੈ ਕਿ ਇਹ ਗੋਲਡ ਨੂੰ ਵੀ ਆਪਣੇ 'ਚ ਡਿਜ਼ੋਲਵ ਕਰ ਲੈਂਦਾ ਹੈ, ਇਹ ਗੋਲਡ ਨੂੰ ਵੀ ਆਪਣੇ 'ਚ ਡਿਜ਼ੋਲਵ ਕਰ ਲੈਂਦਾ ਤੇ ਇਹਦੀ ਜਿਹੜੀ ਰੇਸ਼ੀਓ ਵਿੱਚ ਹੁੰਦੀ ਹੈ 1:3 ਔਰ 1:3 ਰੇਸ਼ੀਓ 3 ਕਿਹਦੀ ਹੁੰਦੀ ਹੈ ਜੀ ਕੰਸਨਟ੍ਰੇਟਿਡ HNO3 ਦੀ ਤੇ ਉਧਰੋਂ ਤੁਹਾਡੀ ਜੀ HCl ਦੀ। ਠੀਕ ਹੈ ਜੀ, ਹੁਣ ਆਪਾਂ ਕਹਿੰਦੇ ਆ ਕਿ ਇੱਕ ਜੇ ਆਪਾਂ ਧਾਤੂ ਨੂੰ ਜਾਂ ਦੂਜੇ ਧਾਤੂ ਦੇ ਨਾਲ ਮਿਲਾ ਲਈਏ ਜਾਂ ਅਧਾਤੂ ਦੇ ਨਾਲ ਮਿਲਾ ਲਈਏ ਤਾਂ ਦੇयर इज अ ਫਾਰਮੇਸ਼ਨ ਆਫ ਮਿਸ਼ਰਤ ਧਾਤ, ਜਿਹਨੂੰ ਆਪਾਂ ਕੀ ਕਹਿ ਦਿੰਦੇ ਆ ਅਲੋਇਜ਼, ਕੀ ਕਹਿ ਦਿੰਦੇ ਆ ਅਲੋਇਜ਼। ਇਸੇ ਹੀ ਜਿਹੜਾ ਮੇਰਾ ਇਸੇ 'ਚ ਹੀ ਮੈਂ ਨਾ ਟਿਪਸ ਐਂਡ ਟ੍ਰਿਕਸ ਦਿੱਤੇ ਹੋਏ ਆ ਟੂ ਲਰਨ ਦਾ ਅਲੋਏ, ਕਿ ਕਿਸੇ ਅਲੋਏ 'ਚ ਕਿਹੜਾ ਕਿਹੜਾ ਜਿਹੜਾ ਧਾਤ ਜਾਂ ਅਧਾਤ ਹੁੰਦੀ ਹੈ ਤਾਂ ਉਹ ਤੁਸੀਂ ਦੇਖ ਸਕਦੇ ਹੋ, ਮੈਂ ਡਿਸਕ੍ਰਿਪਸ਼ਨ 'ਚ ਲਿੰਕ ਵੀ ਪਾ ਦਾਂਗੀ ਉਹਦਾ। ਚਲੋ ਆਓ ਜੀ ਹੁਣ ਇਹਦੇ ਮਲਟੀਪਲ ਚੋਇਸ ਕੁਐਸਚਨ ਡਿਸਕਸ ਕਰੀਏ ਮੈਟਲਸ ਐਂਡ ਨੋਨ ਮੈਟਲਸ ਤੇ। ਮੈਂ ਤਕਰੀਬਨ ਤੁਹਾਨੂੰ ਜੋ ਦੱਸਿਆ ਉਹਦੇ ਵਿੱਚ ਮਲਟੀਪਲ ਚੋਇਸ ਕੁਐਸਚਨ ਮੈਂ ਡਿਸਕਸ ਕਰ ਹੀ ਦਿੱਤੇ ਹੈ, ਪਰ 2-3 ਕੁਐਸਚਨ ਬਹੁਤ ਹੀ ਇੰਪੋਰਟੈਂਟ ਹੈ ਜਿਹੜੇ ਕਿ ਆਪਾਂ ਡਿਸਕਸ ਕਰ ਲਈਏ ਤੇ ਉਹ ਵਧੀਆ ਹੋਏਗਾ ਸਾਡੇ ਲਈ। ਮਤਲਬ ਪਹਿਲੀ ਗੱਲ ਤੇ ਆਪਾਂ ਇਹ ਕਰਨਾ ਚਾਹੁੰਦੇ ਹਾਂ, ਜਿਹੜੀ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦੀ ਹਾਂ ਕਿ ਸਿਲੀਕੌਨ ਕੀ ਹੈ। ਸਿਲੀਕੌਨ ਕੀ ਹੈ ਜੀ? ਸਿਲੀਕੌਨ ਦੀ ਮੈਂ ਹਜੇ ਤੱਕ ਤੁਹਾਡੇ ਨਾਲ ਗੱਲ ਨਹੀਂ ਕੀਤੀ, ਮੈਂ ਤੁਹਾਨੂੰ ਇਹ ਦੱਸਿਆ ਕਿ ਇੱਕ ਧਾਤਾਂ ਹੁੰਦੀਆਂ ਸਾਡੇ ਕੋਲ, ਇੱਕ ਅਧਾਤਾਂ ਹੁੰਦੀਆਂ, ਔਰ ਇੱਕ ਚੀਜ਼ ਮੈਂ ਹੋਰ ਤੁਹਾਨੂੰ ਦੱਸੀ ਉਪਧਾਤ। ਕੀ ਦੱਸੀ ਜੀ? ਉਪਧਾਤ। ਤੇ ਚੌਥੀ ਚੀਜ਼ ਮੈਂ ਤੁਹਾਨੂੰ ਕੀ ਦੱਸੀ? ਚੌਥੀ ਚੀਜ਼ ਮੈਂ ਤੁਹਾਨੂੰ ਕੋਈ ਵੀ ਨਹੀਂ। ਤਾਂ ਕੀ ਹੈ ਸਿਲੀਕੌਨ? ਬੇਟਾ ਜੀ ਜਿਹੜੀ ਸਿਲੀਕੌਨ ਹੈ ਨਾ ਇਹ ਉਪਧਾਤ ਹੈ। ਕੀ ਹੈ ਜੀ? ਉਪਧਾਤ। ਠੀਕ ਹੈ ਜੀ, ਅੱਗੇ ਇਹ ਕੁਐਸਚਨ ਮੈਂ ਤੁਹਾਡੇ ਨਾਲ ਡਿਸਕਸ ਕਰ ਚੁੱਕੀ ਹਾਂ ਮਲਟੀਪਲ ਚੋਇਸ 'ਚ। ਚਾਕੂ ਨਾਲ ਕੱਟੇ ਜਾਣ ਵਾਲੀਆਂ, ਚਾਕੂ ਨਾਲ ਕੱਟੇ ਜਾਣ ਵਾਲੀਆਂ ਜਿਹੜੀਆਂ ਧਾਤਾਂ ਹਨ ਉਹਨਾਂ ਦੇ ਕੀ ਨਾਮ ਹਨ? ਚਾਕੂ ਨਾਲ ਕੱਟੀ ਜਾਣ ਵਾਲੀਆਂ ਧਾਤਾਂ ਦੇ ਨਾਂ ਦੱਸੋ। ਕੀ ਦੱਸੋ ਜੀ? ਨਾਂ ਦੱਸੋ। ਤਾਂ ਬੇਟਾ ਜੀ ਤੁਸੀਂ ਇਹ 'ਚ ਆਪਸ਼ਨਸ ਤੁਹਾਨੂੰ ਹੈ ਸੋਡੀਅਮ ਐਂਡ ਪੋਟਾਸ਼ੀਅਮ, ਸੈਕਿੰਡ ਇਜ਼ ਤੁਹਾਡਾ ਆਇਰਨ ਐਂਡ ਕਾਪਰ, third is your copper and zinc and fourth is your aluminium and nickel। ਤਾਂ ਬੇਟਾ ਜੀ ਇਹਦੇ ਵਿੱਚ ਜਿਹੜਾ ਸਹੀ ਆਪਸ਼ਨ ਹੈ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਸੋਡੀਅਮ ਅਤੇ ਪੋਟਾਸ਼ੀਅਮ ਹੈ। ਠੀਕ ਹੈ ਜੀ, ਅੱਗੇ ਗੱਲ ਕਰਾਂਗੇ ਕਿ ਜਿਹੜਾ ਹੈ ਆਪਾਂ ਸ਼ੁੱਧ ਸੋਨਾ ਕਿੰਨੇ ਕੈਰਟ ਦਾ ਹੁੰਦਾ ਹੈ। ਇਹ ਵੀ ਮੈਂ ਤੁਹਾਡੇ ਨਾਲ ਡਿਸਕਸ ਕਰ ਚੁੱਕੀ ਹਾਂ, ਪਰ ਇਹਨੂੰ ਆਪਾਂ ਇੱਕ ਵਾਰੀ ਫਿਰ ਮੈਂ ਤੁਹਾਡੇ ਨਾਲ ਦੱਸਣਾ ਚਾਹੁੰਦੀ ਹਾਂ ਸ਼ੁੱਧ ਸੋਨਾ ਕਿੰਨੇ ਕੈਰਟ ਦਾ ਹੁੰਦਾ ਹੈ। ਕਿੰਨੇ ਕੈਰਟ ਦਾ ਹੁੰਦਾ ਹੈ? ਠੀਕ ਹੈ ਜੀ, 25 ਕੈਰਟ ਦਾ, 20 ਕੈਰਟ ਦਾ, 24 ਕੈਰਟ ਦਾ ਕਿ 21 ਕੈਰਟ ਦਾ? ਤਾਂ ਬੇਟਾ ਜੀ ਜਿਹੜਾ ਸ਼ੁੱਧ ਸੋਨਾ ਹੁੰਦਾ ਉਹ 24 ਕੈਰਟ ਦਾ ਹੁੰਦਾ ਹੈ। ਠੀਕ ਹੈ ਜੀ, ਚਲੋ ਜੀ ਅੱਗੇ ਕਰ ਸਕਦੇ ਹਾਂ ਆਪਾਂ। ਬੇਟਾ ਜੀ ਇੱਕ ਨਾ ਇਹ ਬੜਾ ਜਿਹੜਾ ਹੈ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਮੈਂ ਤੁਹਾਡੇ ਨਾਲ ਪਹਿਲੇ ਵੀ ਡਿਸਕਸ ਕੀਤਾ ਔਰ ਮੈਂ ਤੁਹਾਨੂੰ ਉੱਥੇ ਵੀ ਇਹਦਾ ਆਨਸਰ ਲਗਾਤਾ ਹੈ ਕਿ ਐਕਵਾ ਰਿਜੀਆ, ਐਕਵਾ ਰਿਜੀਆ ਕੀ ਹੁੰਦਾ ਹੈ। ਤਾਂ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਐਕਵਾ ਰਿਜੀਆ ਕੀ ਹੁੰਦਾ ਹੈ ਜੀ। ਐਕਵਾ ਰਿਜੀਆ ਕੀ ਹੁੰਦਾ ਹੈ? 1:3 ਰੇਸ਼ੀਓ ਹੁੰਦੀ ਹੈ ਜੀ। ਕਿਹਦੀ ਹੁੰਦੀ ਹੈ 1:3 ਰੇਸ਼ੀਓ? ਨਾਈਟ੍ਰਿਕ ਐਸਿਡ ਦੀ ਵਿਦ HCl। ਠੀਕ ਹੈ, 1:3 ਰੇਸ਼ੀਓ। ਠੀਕ ਹੈ ਜੀ, ਅੱਛਾ ਜੀ ਅੱਗੇ ਆਪਾਂ ਮਤਲਬ ਕਾਫੀ ਤਰਲ ਅਧਾਤ ਦਾ ਨਾਮ ਦੱਸੋ। ਮੈਂ ਤੁਹਾਨੂੰ ਤਰਲ ਧਾਤ ਦਾ ਨਾਮ ਦੱਸਿਆ ਸੀ,
ਤਰਲ ਅਧਾਤ ਦਾ ਨਾਮ ਦੱਸੋ। ਤਰਲ ਅਧਾਤ ਦਾ ਨਾਮ ਦੱਸੋ। ਆਪਸ਼ਨਸ ਆ ਸਕਦੀਆਂ ਤੁਹਾਨੂੰ ਹਾਈਡਰੋਜਨ, that is oxygen, third bromine और फोर्थ ਤੁਹਾਡਾ ਆ ਸਕਦਾ ਨਾਈਟ੍ਰੋਜਨ। ਤਾਂ ਬੇਟਾ ਜੀ ਜਿਹੜੀ ਤਰਲ ਅਧਾਤ ਹੁੰਦੀ ਹੈ ਉਹ ਹੁੰਦੀ ਹੈ ਜੀ ਤੁਹਾਡੀ ਬ੍ਰੋਮੀਨ। ਬ੍ਰੋਮੀਨ ਕੀ ਹੁੰਦੀ ਹੈ? ਤਰਲ ਅਧਾਤ। ਤੁਹਾਡੀ ਬ੍ਰੋਮੀਨ ਜਿਹੜੀ ਹੁੰਦੀ ਹੈ ਤਰਲ ਅਧਾਤ ਹੁੰਦੀ ਹੈ। ਠੀਕ ਹੈ ਜੀ। ਹੋਰ ਕੁਐਸਚਨ ਆ ਸਕਦਾ ਹੈ ਕਿ ਧਾਤਾਂ ਤੇ ਕਿਹੜਾ ਚਾਰਜ ਹੁੰਦਾ ਹੈ। ਤੇ ਧਾਤਾਂ ਤੇ ਕਿਹੜਾ ਚਾਰਜ ਹੁੰਦਾ ਹੈ, ਮੈਂ ਤੁਹਾਨੂੰ ਇੱਥੇ ਇੱਕ ਐਗਜ਼ਾਮਪਲ ਦਿੰਦੀ ਹਾਂ ਕਲੋਰੀਨ ਦੀ। ਕਲੋਰੀਨ ਅਧਾਤ ਹੈ ਔਰ ਇਹਦੇ ਮਤਲਬ ਇਹਦਾ ਜੇ ਆਪਾਂ ਗੱਲ ਕਰੀਏ 9ਵੀਂ 'ਚ ਜਾ ਕੇ ਤੁਸੀਂ ਅਟੋਮਿਕ ਨੰਬਰ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਜਿਹੜੀਆਂ ਅਧਾਤਾਂ ਹੁੰਦੀਆਂ ਉਹਨਾਂ ਤੇ ਬੇਟਾ ਜੀ ਰਿਣ ਚਾਰਜ ਹੁੰਦਾ ਹੈ। ਕਿਹੜਾ ਚਾਰਜ ਹੁੰਦਾ ਹੈ? ਰਿਣ। ਠੀਕ ਹੈ। ਕਿਉਂ? ਕਿਉਂਕਿ ਉਹ ਇਲੈਕਟ੍ਰੋਨ ਨੂੰ ਗੇਨ ਕਰਦੀਆਂ। ਠੀਕ ਹੈ। ਤੇ ਜਿਹੜੀਆਂ ਧਾਤਾਂ ਹੁੰਦੀਆਂ ਉਹਨਾਂ ਤੇ ਜਮਾ ਚਾਰਜ ਹੁੰਦਾ ਹੈ, ਯਾਨੀ ਕਿ ਧਨ ਚਾਰਜ ਹੁੰਦਾ ਹੈ। ਠੀਕ ਹੈ। ਅੱਛਾ ਜੀ। ਮਤਲਬ ਆਪਾਂ ਕਹਿ ਸਕਦੇ ਹਾਂ ਕਿ ਇੱਦਾਂ ਦੇ ਕੁਐਸਚਨ ਸਾਨੂੰ ਪੁੱਛੇ ਜਾ ਸਕਦੇ ਆ। ਯੂਜ਼ਸ ਦੇ ਵੀ ਕੁਐਸਚਨ ਤੁਹਾਨੂੰ ਪੁੱਛੇ ਜਾ ਸਕਦੇ ਜੇ ਤੁਸੀਂ ਕਹੋ ਕਿ ਯੂਜ਼ਸ ਦੇ ਕੁਐਸਚਨ ਕਿ ਜਿੱਦਾਂ ਮਤਲਬ ਅਧਾਤਾਂ ਜਿਹੜੀਆਂ ਸਾਡੇ ਜੀਵਨ ਲਈ ਜ਼ਰੂਰੀ ਹਨ, ਹਨਾ। ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਐਂਟੀਬਾਡੀਜ਼ 'ਚ ਉਹ ਯੂਜ਼ ਕਰ ਸਕਦੇ ਆ ਅਧਾਤਾਂ ਨੂੰ, ਪਾਣੀ ਦੇ ਸ਼ੁੱਧੀਕਰਨ 'ਚ ਵਰਤ ਸਕਦੇ ਆ ਅਧਾਤਾਂ ਨੂੰ। ਔਰ ਇਹ ਵੀ ਆ ਸਕਦਾ ਕਿ ਪਾਣੀ ਦੇ ਸ਼ੁੱਧੀਕਰਨ 'ਚ ਮਤਲਬ ਕੌਣ ਵਰਤਿਆ ਜਾਂਦਾ? ਧਾਤਾਂ, ਅਧਾਤਾਂ, ਹਨਾ। ਇਹ ਗੱਲਾਂ ਸਾਰੀਆਂ ਇੰਪੋਰਟੈਂਟ ਨੇ ਜਿਹੜੀਆਂ ਕਿ ਤੁਸੀਂ ਅਗਰ ਚੈਪਟਰ ਨੂੰ ਥੋਰੋ ਪੜ੍ਹੋਗੇ ਨਾ ਤਾਂ ਫੇਰ ਹੀ ਤੁਹਾਨੂੰ ਪਤਾ ਲੱਗਣਗੀਆਂ। ਜੇ ਤੁਸੀਂ ਕਹੋ ਕਿ ਅਸੀਂ ਉੱਤੋਂ ਚੈਪਟਰ ਨੂੰ ਪੜ੍ਹ ਲਈਏ ਤਾਂ ਉਹ ਪੋਸੀਬਲ ਨਹੀਂ ਹਨ। ਠੀਕ ਹੈ ਨਾ। ਤਾਂ ਇਹ ਸਾਰੀਆਂ ਪ੍ਰੋਪਰਟੀਜ਼ ਤੁਹਾਨੂੰ ਯਾਦ ਰੱਖਣੀਆਂ ਪੈਣਗੀਆਂ। ਠੀਕ ਹੈ ਜੀ। ਔਰ ਇਹਦੇ ਨਾਲ ਨਾਲ ਤੁਹਾਨੂੰ ਸਾਰਾ ਚੈਪਟਰ ਜਿਹੜਾ ਹੈ ਬਿਲਕੁਲ ਪੜ੍ਹਨਾ ਪਏਗਾ। ਅੱਛਾ ਜੀ, ਇੱਕ ਗੱਲ ਮੈਂ ਤੁਹਾਨੂੰ ਦੱਸੀ ਸੀ ਕਿ ਜਦੋਂ ਧਾਤਾਂ ਨਾ ਤੇਜ਼ਾਬਾਂ ਨਾਲ ਕਿਰਿਆ ਕਰਦੀਆਂ ਤੇ ਹਾਈਡਰੋਜਨ ਗੈਸ ਨਿਕਲਦੀ ਹੈ। ਤੇ ਤੁਹਾਨੂੰ ਜੇ ਆ ਜਾਏ ਕਿ ਹਾਈਡਰੋਜਨ ਗੈਸ ਕਿੱਦਾਂ ਦੀ ਸਾਊਂਡ ਨਾਲ ਨਿਕਲਦੀ ਹੈ ਤਾਂ ਬੇਟਾ ਜੀ ਪੌਪ ਧੁਨੀ ਨਾਲ ਨਿਕਲਦੀ ਹੈ ਹਾਈਡਰੋਜਨ ਗੈਸ। ਕਿਹੜੀ ਧੁਨੀ ਨਾਲ ਨਿਕਲਦੀ ਹੈ? ਪੌਪ ਧੁਨੀ ਨਾਲ। ਠੀਕ ਹੈ ਜੀ। ਪੌਪ ਧੁਨੀ ਦੇ ਨਾਲ ਹਾਈਡਰੋਜਨ ਗੈਸ ਨਿਕਲਦੀ ਹੈ, ਜਿੱਥੋਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਹਾਈਡਰੋਜਨ ਗੈਸ ਹੈ। ਠੀਕ ਹੈ ਜੀ। ਹੋਰ ਮੈਂ ਤੁਹਾਨੂੰ ਮਤਲਬ ਇਹ ਵੀ ਦੱਸਿਆ ਸੀ ਕਿ ਜਿਹੜੀਆਂ ਧਾਤਾਂ ਹੈ ਨਾ, ਅਗਰ ਆਪਾਂ ਧਾਤਾਂ ਦੀਆਂ ਯੂਜ਼ਸ ਕਰੀਏ ਤਾਂ ਧਾਤਾਂ ਬੇਸਿਕਲੀ ਜਿਹੜੀਆਂ ਮੋਟਰ ਗੱਡੀਆਂ, ਮਸ਼ੀਨਾਂ, ਹਵਾਈ ਜਹਾਜ਼ ਅਤੇ ਉਪਗ੍ਰਹਿ ਉਦਯੋਗਿਕ ਸਮਾਨ ਜਿਹੜੀਆਂ ਹੈ ਉਹ ਬਣਾਉਣ ਲਈ ਬਹੁਤ ਹੀ ਇੰਪੋਰਟੈਂਟ ਨੇ ਔਰ ਇਹ ਬਹੁਤ ਹੀ ਯੂਜ਼ ਹੁੰਦਾ ਇਹਨਾਂ ਦਾ। ਠੀਕ ਹੈ ਜੀ। ਅੱਛਾ ਜੀ। ਹੋਰ ਜੇ ਆਪਾਂ ਕੋਈ ਕੁਐਸਚਨ ਇਹਨਾਂ ਦਾ ਕਰਨਾ ਚਾਹੀਏ ਤਾਂ ਆਹ ਕੁਐਸਚਨ ਕੀਤਾ ਜਾ ਸਕਦਾ ਹੈ ਕਿ ਬਿਜਲੀ ਦੁਆਰਾ ਚਾਦਰ ਚੜਾਉਣ ਨੂੰ ਕੀ ਕਹਿੰਦੇ ਨੇ? ਬਿਜਲੀ ਦੁਆਰਾ ਮਤਲਬ ਪਤਲੀ ਪਰਤ ਆਪਾਂ ਚੜਾਉਂਦੇ ਹਾਂ ਚਾਦਰ, ਇੱਥੇ ਕਹਿਤਾ ਚੜਾਉਣ ਨੂੰ ਕੀ ਕਹਿੰਦੇ ਹਨ? ਚੜਾਉਣ ਨੂੰ ਕੀ ਕਹਿੰਦੇ ਹਨ? ਕੀ ਕਹਿੰਦੇ ਹਨ? ਤਾਂ ਬੇਟਾ ਜੀ ਕੀ ਕਹਿੰਦੇ ਹਨ? ਗੈਲਵੇਨਾਈਜੇਸ਼ਨ। ਕੀ ਮਤਲਬ ਆਪਾਂ ਦੋ ਚੀਜ਼ਾਂ ਮਤਲਬ ਜਦੋਂ ਆਪਾਂ ਬਿਜਲੀ ਦੁਆਰਾ ਜਿਹੜੀ ਪਤਲੀ ਝਾੜ ਦਾ ਮਤਲਬ ਚੜਾਉਂਦੇ ਹਾਂ, ਠੀਕ ਹੈ ਨਾ। ਜਿਹੜੀ ਜਦੋਂ ਆਪਾਂ ਜ਼ਿੰਕ ਦੀ ਪਰਤ ਚੜਾਉਂਦੇ ਹਾਂ ਉਹਨੂੰ ਆਪਾਂ ਗੈਲਵੇਨਾਈਜੇਸ਼ਨ ਕਹਿ ਦਿੰਦੇ ਹਾਂ, ਇਹਨੂੰ ਆਪਾਂ ਬਿਜਲਈ ਲੇਪਨ ਕਹਿ ਦਿੰਦੇ ਹਾਂ। ਠੀਕ ਹੈ ਜੀ। ਠੀਕ ਹੈ। ਜਦੋਂ ਆਪਾਂ ਕਹਿੰਦੇ ਹਾਂ ਨਾ ਆਪਾਂ ਲੋਹੇ ਨੂੰ ਆਪਾਂ ਮਤਲਬ ਲੋਹੇ ਨੂੰ ਆਪਾਂ ਕੀ ਕੀਤਾ ਜੀ, ਲੋਹੇ ਨੂੰ ਆਪਾਂ ਬਚਾਉਣ ਲਈ ਜ਼ਿੰਕ ਤੋਂ ਆਪਾਂ ਉੱਤੇ ਪਤਲੀ ਪਰਤ ਚੜਾਤੀ ਤਾਂ ਉਹਨੂੰ ਆਪਾਂ ਗੈਲਵੇਨਾਈਜੇਸ਼ਨ ਕਹਿ ਦਿੰਦੇ ਹਾਂ। ਠੀਕ ਹੈ ਡੀਅਰ ਸਟੂਡੈਂਟਸ। ਤੇ ਇਹ ਸਾਰੀਆਂ ਜਿਹੜੀਆਂ ਰਿਐਕਸ਼ਨਸ ਹੈ ਜਾਂ ਇਹ ਸਾਰੀਆਂ ਕਿਰਿਆਵਾਂ ਧਾਤਾਂ ਚੈਪਟਰ ਦੀਆਂ ਵੈਰੀ ਇੰਪੋਰਟੈਂਟ, ਜਿਨ੍ਹਾਂ ਨੂੰ ਤੁਸੀਂ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਪੜ੍ਹਨਾ ਹੈ। ਮਿਲਦੇ ਆ ਤੁਹਾਨੂੰ ਅਗਲੇ ਲੈਕਚਰ ਨਾਲ। ਟਿਲ ਦੈਨ ਗੁੱਡ ਬਾਏ, ਟੇਕ ਕੇਅਰ।